ਵਾਰ 17ਵੀਂ ਪੌੜੀ ਦੂਜੀ। ਨਿਰਮਲ ਨੀਰ ਸੁਹਾਵਣਾ ਸੋ ਭਰ ਸਰਵਰ ਕਵਲ ਫੁਲੰਦੇ ਰੂਪ ਅਨੂਪ ਸਰੂਪ ਅਤ ਗੰਧ ਸੁਗੰਧ ਹੋਏ ਮਹਿਕੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰਮਲ ਨੀਰ ਸੁਹਾਵਣਾ ਸੋ ਭਰ ਸਰਵਰ ਕਵਲ ਫੁਲੰਦੇ। ਭਾਈ ਗੁਰਦਾਸ ਜੀ ਇੱਥੇ ਆਪਾਂ ਨੂੰ ਦ੍ਰਿਸ਼ਟਾਂਤ ਐਗਜ਼ਾਮਪਲ ਦਿੰਦੇ ਹਨ, ਇੱਕ ਕਵਲ ਫੁੱਲ ਦਾ, ਦੂਸਰਾ ਇੱਕ ਡੱਡੂ ਦਾ, ਫਰੋਗ ਦਾ। ਐਗਜ਼ਾਮਪਲ ਇਸ ਪ੍ਰਕਾਰ ਭਾਈ ਗੁਰਦਾਸ ਜੀ ਇੱਕ ਮਨਮੁਖ ਤੇ ਇੱਕ ਗੁਰਮੁਖ ਦਾ ਕਰਦੇ ਹਨ। ਜੋ ਕਵਲ ਫੁੱਲ ਦੀ ਤਰ੍ਹਾਂ ਗੁਰਮੁਖ ਹਨ, ਜਿਨ੍ਹਾਂ ਦਾ ਧਿਆਨ ਪਰਮੇਸ਼ਰ ਵਿੱਚ ਹਮੇਸ਼ਾ ਲੱਗਿਆ ਰਹਿੰਦਾ ਹੈ। ਦੂਸਰੇ ਉਹ ਡੱਡੂ ਹਨ ਜਿਹੜੇ ਮਨਮੁਖ, ਜਿਹੜੇ ਭਾਵੇਂ ਰਹਿੰਦੇ ਉਹੀ ਥਾਂ ਹਨ ਜਿੱਥੇ ਕਵਲ ਫੁੱਲ ਰਹਿੰਦਾ ਹੈ, ਜਿੱਥੇ ਗੁਰਮੁਖ ਰਹਿੰਦੇ ਹਨ, ਪਰ ਉਹਨਾਂ ਦੇ ਜਿਹੜੇ ਕਰਮ ਹਨ ਭੈੜੇ ਹਨ। ਉਹ ਗੁਰੂ ਦੀ ਰਹਿਤ, ਗੁਰੂ ਦਾ ਹੁਕਮ ਨਹੀਂ ਮੰਨਦੇ, ਆਪਣੀ ਮਨਮਰਜ਼ੀ ਕਰਦੇ ਹਨ। ਸੋ ਉਹ ਡੱਡੂ ਦੀ ਤਰ੍ਹਾਂ ਹੈ। ਭਾਈ ਗੁਰਦਾਸ ਜੀ ਨੇ ਇੱਥੇ ਬੜਾ ਸੁੰਦਰ ਲਿਖਿਆ ਹੈ ਕਿ ਸਿਰਫ ਸਾਧ ਸੰਗਤ ਵਿੱਚ ਵਿਚਰਨ ਦੇ ਨਾਲ, ਸਿਰਫ ਸਾਧ ਸੰਗਤ ਨੂੰ ਅਟੈਂਡ ਕਰਨ ਦੇ ਨਾਲ, ਹਾਜ਼ਰੀ ਭਰਨ ਦੇ ਨਾਲ ਭਾਵੇਂ ਮਹਾਰਾਜ ਫਿਰ ਵੀ ਬਖਸ਼ਿਸ਼ਾਂ ਕਰਦਾ ਹੈ, ਪਰ ਕਈ ਤਾਂ ਐਸੇ ਹੁੰਦੇ ਨੇ ਜਿਹੜੇ ਸਾਰੀ ਉਮਰ ਵੀ ਸਾਧ ਸੰਗਤ ਵਿੱਚ ਰਹਿ ਕੇ ਬਦਲਦੇ ਨਹੀਂ। ਭਾਵੇਂ ਸਾਰੀ ਉਮਰ ਬੀਤ ਜਾਂਦੀ ਹੈ ਗੁਰਦੁਆਰੇ ਆਉਂਦਿਆਂ, ਉਹਨਾਂ ਨੇ ਹਜੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਹੁੰਦਾ, ਹਜੇ ਵੀ ਕੇਸ ਨਹੀਂ ਰੱਖੇ ਹੁੰਦੇ, ਗੁਰੂ ਦਾ ਹੁਕਮ ਨਹੀਂ ਮੰਨਿਆ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਇੱਥੇ ਐਗਜ਼ਾਮਪਲ ਦੇ ਕੇ ਬੜੇ ਸੌਖੇ ਤਰੀਕੇ ਨਾਲ ਆਪਾਂ ਨੂੰ ਸਮਝਾਉਂਦੇ ਹਨ। ਨਿਰਮਲ ਨੀਰ ਸੁਹਾਵਣਾ। ਦੇਖੋ, ਇੱਕ ਤਲਾ ਹੈ, ਇੱਕ ਪੌਣ ਹੈ, ਇੱਕ ਵਾਟਰ ਬੋਡੀ ਹੈ ਜਿਹਦਾ ਜਲ ਜਿਹੜਾ ਹੈ ਬਹੁਤ ਨਿਰਮਲ ਹੈ, ਪਿਓਰ ਵਾਟਰ ਹੈ, ਉਹਦੇ ਵਿੱਚ ਮੈਲ ਨਹੀਂ, ਪਾਣੀ ਬੜਾ ਸਵੱਛ ਹੈ। ਇਹ ਪੌਣ, ਇਹ ਤਲਾ ਹੈ। ਇਹ ਤਲਾ ਕੀ ਹੈ? ਸਾਧ ਸੰਗਤ ਹੈ। ਸੋ ਭਰ ਸਰਵਰ ਕਵਲ ਫੁਲੰਦੇ। ਸੋ ਭਰ, ਇਹ ਜਿਹੜਾ ਤਲਾ ਉੱਤੇ ਤੱਕ ਭਰਿਆ ਹੋਇਆ ਹੈ, ਲਬਾ ਲੱਭ ਭਰਿਆ ਹੋਇਆ ਹੈ, ਜਾਂ ਪਾਣੀ ਨਾਲ ਭਰਪੂਰ ਹੈ, ਪੂਰਾ ਭਰਿਆ ਹੋਇਆ ਹੈ ਇਹ ਤਲਾ। ਸੋ ਇਸੇ ਤਰ੍ਹਾਂ ਹੀ ਸਾਧ ਸੰਗਤ, ਜਿਸ ਦੇ ਵਿੱਚ ਗੁਰੂ ਉਪਦੇਸ਼ ਰੂਪੀ ਪਾਣੀ ਜਾਂ ਗੁਰੂ ਰੂਪ ਪਰਮੇਸ਼ਰ ਦੀ ਬਾਣੀ ਰੂਪ, ਇਹ ਸਾਰਾ ਹੀ ਤਲਾ ਸਾਧ ਸੰਗਤ ਭਰਿਆ ਹੋਇਆ ਲਬਾ ਲੱਭ ਹੈ। ਤੇ ਫਿਰ ਇਹਦੇ ਅੰਦਰ ਕਵਲ ਵਰਗੇ, ਲੋਟਸ ਫਲਾਵਰ ਵਰਗੇ ਗੁਰਮੁਖ ਵਸਦੇ ਹਨ। ਤੇ ਉਹ ਗੁਰਮੁਖ ਜਿਹੜੇ ਹੁੰਦੇ ਨੇ, ਜਿਵੇਂ ਕਵਲ ਫੁੱਲ ਖਿੜਦਾ ਹੈ, ਉਹੀ ਜਿਹੜਾ ਹਨ ਇਹ ਤਲਾ ਦੇ ਵਿੱਚ ਉਹ ਜਿਹੜੇ ਹਨ ਗੁਰਮੁਖ ਖਿੜਦੇ ਹਨ। ਜਾਂ ਇਸ ਪ੍ਰਕਾਰ ਵੀ ਆਪਾਂ ਕਹਿ ਲਈਏ, ਇਹ ਦੁਨੀਆ ਜਿਹੜੀ ਹੈ ਇਹ ਵੀ ਇੱਕ ਤਲਾ ਹੈ, ਸਾਰੀ ਦੁਨੀਆ ਇੱਕ ਪੌਣ ਹੈ। ਸੋ ਇਹਦੇ ਵਿੱਚ ਸਾਧ ਸੰਗਤ ਰੂਪੀ ਪਾਣੀ ਭਰਿਆ ਪਿਆ ਹੈ। ਥਾਂ ਥਾਂ ਤੇ ਸੰਗਤ ਹੈ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਧਰਮਸ਼ਾਲਾ ਬਣਾਈਆਂ, ਜਿਨ੍ਹਾਂ ਨੂੰ ਅੱਜ ਆਪਾਂ ਗੁਰਦੁਆਰਾ ਕਹਿੰਦੇ ਹਾਂ। ਕੋਨੇ ਕੋਨੇ ਤੇ ਜਿਹੜਾ ਹਨ ਦੁਨੀਆ ਤੇ ਗੁਰਦੁਆਰੇ ਬਣੇ ਹੋਏ ਹਨ, ਤੇ ਇਹ ਜਿਹੜੀਆਂ ਹਨ ਸਾਧ ਸੰਗਤ ਕਰਕੇ ਲਬਾ ਲੱਭ ਭਰਿਆ ਪਿਆ ਹੈ, ਜਿਸ ਦੇ ਵਿੱਚ ਗੁਰਮੁਖ ਜਿਹੜੇ ਹਨ ਉਹ ਜਿਹੜੇ ਹਨ ਲੋਟਸ ਫਲਾਵਰ ਦੀ ਤਰ੍ਹਾਂ, ਕਵਲ ਫੁੱਲ ਦੀ ਤਰ੍ਹਾਂ ਖਿੜਦੇ ਹਨ ਆਪਣੇ ਗੁਰੂ ਦੇ ਦਰਸ਼ਨ ਕਰਕੇ। ਰੂਪ ਅਨੂਪ ਸਰੂਪ ਅਤ। ਦੇਖੋ, ਜਿਹੜੇ ਗੁਰਮੁਖ ਹਨ ਜਾਂ ਜਿਹੜਾ ਇਹ ਕਵਲ ਫੁੱਲ ਹੈ, ਕਹਿੰਦੇ ਇਸ ਦਾ ਰੂਪ ਇਹ ਬੜੇ ਸੁੰਦਰ ਹਨ। ਇਹਨਾਂ ਦਾ ਜਿਹੜਾ ਹੈ ਸਰੂਪ ਦੇਖਣ ਵਿੱਚ ਫਿਜ਼ੀਕਲੀ ਦੇ ਆਰ ਬਿਊਟੀਫੁਲ, ਬਹੁਤ ਸੋਹਣੇ ਹਨ। ਅਨੂਪ, ਇਹਨਾਂ ਦੀ ਉਪਮਾ ਵੀ ਪਰੇ ਹੈ। ਉਹ ਉਪਮਾ ਜਿਹੜੀ ਹੈ, ਇਹਨਾਂ ਦੀ ਉਪਮਾ ਕੋਈ ਕਰ ਨਹੀਂ ਸਕਦਾ, ਇਹਨਾਂ ਦੀ ਪ੍ਰੇਸ ਕੋਈ ਕਰ ਨਹੀਂ ਸਕਦਾ। ਇਹਨਾਂ ਦਾ ਸਰੂਪ ਜਿਹੜਾ ਹੈ ਬਿਲਕੁਲ ਹੀ ਗੁਰੂ ਵਰਗਾ ਹੈ, ਕਿਉਂਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣਾ ਸਰੂਪ ਦਿੱਤਾ ਹੈ। ਸੋ ਆਪਣੇ ਗੁਰਸਿੱਖਾਂ ਦੇ ਵਿੱਚ ਆਪ ਹੀ ਵਾਸਾ ਕਰਦਾ ਹੈ, ਤੇ ਆਪਣੀ ਸਰੂਪ ਮੁਕਤੀ ਵੀ ਗੁਰਸਿੱਖਾਂ ਨੂੰ ਬਖਸ਼ੀ ਹੈ, ਆਪਣਾ ਸਰੂਪ ਬਖਸ਼ਿਆ ਹੈ। ਤੇ ਮਹਾਰਾਜ ਤੇ ਅੱਗੇ ਕਹਿੰਦੇ ਅਤ ਅਤੀ ਕਰਕੇ ਸੁੰਦਰ ਹੈ ਗੁਰਸਿੱਖ ਜੋ ਰਹਿਤ ਵਾਲੇ ਹਨ। ਗੰਧ ਸੁਗੰਧ ਹੋਏ ਮਹਿਕੰਦੇ। ਦੇਖੋ, ਇਹ ਜਿਹੜਾ ਕਵਲ ਹੈ ਇਹ ਸੁਗੰਧੀ ਕਰਕੇ, ਆਪਣੀ ਫ੍ਰੈਗਨੈਂਸ ਕਰਕੇ ਇਹ ਜਿਹੜਾ ਹੈ ਬੜਾ ਹੀ ਸੁੰਦਰ ਹੈ, ਦੇਖਣ ਨੂੰ ਵੀ ਸੁੰਦਰ ਹੈ, ਤੇ ਇਹਦੇ ਵਿੱਚੋਂ ਵਾਸ਼ਨਾ ਵੀ ਆਉਂਦੀ ਹੈ। ਇਸੇ ਤਰ੍ਹਾਂ ਹੀ ਗੁਰਸਿੱਖ ਜਿਹੜੇ ਨੇ ਰਹਿਤ ਵਾਲੇ, ਦੇਖਣ ਮਾਤਰ ਵੀ ਉਹ ਸੁੰਦਰ ਹਨ। ਦੂਜਾ, ਉਹਨਾਂ ਵਿੱਚ ਗੁਣਾਂ ਦੀ,
ਜਿਹੜਾ ਵਰਚੂਸ ਦੀ ਫ੍ਰੈਗਨੈਂਸ ਆਉਂਦੀ ਹੈ, ਵਾਸ਼ਨਾ ਆਉਂਦੀ ਹੈ ਗੁਰੂ ਦਾ ਉਪਦੇਸ਼ ਕਮਾਉਣ ਵਾਲਿਆਂ ਵਿੱਚੋਂ। ਭਵਰਾਂ ਵਾਸਾ ਵਾਂਝਵਣ। ਦੇਖੋ ਜਿਹੜੇ ਭੌਰੇ ਹੁੰਦੇ ਨੇ, ਜੋ ਗੁਰਸਿੱਖ ਜਿਹੜੇ ਬਾਹਰ ਰਹਿੰਦੇ ਹਨ, ਉਹ ਭੌਰਿਆਂ ਦੀ ਤਰ੍ਹਾਂ ਉਹ ਦੁਨੀਆ ਰੂਪੀ ਜਿਹੜੇ ਹਨ, ਜਿਵੇਂ ਵੰਸ਼ ਦਾ ਜੋ ਜੰਗਲ ਹੈ, ਵੰਸ਼ ਦਾ ਜਿਹੜਾ ਹੈ ਵਨ ਵਿੱਚ, ਜੰਗਲ ਵਿੱਚ ਰਹਿਣ ਵਾਲੇ ਜਿਵੇਂ ਭੌਰੇ ਹੁੰਦੇ ਨੇ, ਇਸੇ ਤਰ੍ਹਾਂ ਹੀ ਗੁਰਸਿੱਖ ਇਹ ਮਾਇਆ ਰੂਪੀ ਸੰਸਾਰ ਦੇ ਵੰਸ਼ ਜਿਹੜਾ ਹਨ, ਜੰਗਲ ਦੇ ਵਿੱਚ ਰਹਿਣ ਵਾਲੇ ਗੁਰਸਿੱਖ, ਆਪਣੀ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ, ਗ੍ਰਸਤੀ ਜੀਵਨ ਨੂੰ ਕਮਾਉਣ ਵਾਲੇ, ਉਹ ਗੁਰਸਿੱਖ ਭੌਰਿਆਂ ਦੀ ਤਰ੍ਹਾਂ ਹਨ, ਜਿਹੜੇ ਹਨ ਖੋਜੈ ਏਕੋ ਖੋਜ ਲਹੰਦੇ। ਦੇਖੋ ਉਹ ਜਿਹੜੇ ਹਨ ਉੱਡ ਕੇ ਆਉਂਦੇ ਨੇ, ਜਿਵੇਂ ਭੌਰੇ ਬੀ ਆਉਂਦੇ ਨੇ, ਉਹ ਜਿਹੜੇ ਵਾਸ਼ਨਾ ਨੂੰ ਤੇ ਉਹ ਜਿਹੜੇ ਹਨ ਆਪਣੇ ਮਕਰੰਦ ਜਾਂ ਹਨੀ ਨੂੰ, ਸ਼ਹਿਦ ਨੂੰ ਲੱਭਦੇ ਹੋਏ ਉਹ ਬੀ ਚੱਲ ਕੇ ਆਉਂਦੇ ਨੇ। ਤੋ ਉਹ ਚੱਲ ਕੇ ਆ ਕੇ ਕਵਲ ਫੁੱਲ ਦੇ ਉੱਤੇ ਬੈਠ ਕਰਕੇ ਆਪਣਾ ਰਸ ਮਾਣਦੇ ਹਨ। ਇਸੇ ਤਰ੍ਹਾਂ ਹੀ ਇਹ ਗੁਰਸਿੱਖ ਜਿਹੜੇ ਭੌਰੇ ਦੀ ਤਰ੍ਹਾਂ ਗ੍ਰਸਤੀ ਜੀਵਨ ਵਿੱਚ ਰਹਿੰਦਿਆਂ ਹੋਇਆਂ ਤੇ ਸੰਗਤ ਵਿੱਚ ਚੱਲ ਕੇ ਆਉਂਦੇ ਹਨ, ਦੂਰ ਵੀ ਭਾਵੇਂ ਹੋਵੇ ਫਿਰ ਵੀ ਚੱਲ ਕੇ ਆਉਂਦੇ ਹਨ, ਤੇ ਆ ਕਰਕੇ ਨਾਮ ਰੂਪੀ ਰਸ ਨੂੰ ਚੱਖਦੇ ਹਨ, ਆਨੰਦ ਮਾਣਦੇ ਹਨ ਸੰਗਤ ਵਿੱਚ। ਲੋਭ ਲੁਭਤ ਮਕਰੰਦ ਰਸ। ਦੇਖੋ ਗੁਰਸਿੱਖ ਜਦੋਂ ਆ ਕੇ ਸੰਗਤ ਵਿੱਚ ਬਹਿੰਦੇ ਹਨ, ਉਹਨਾਂ ਦੇ ਕੰਨਾਂ ਵਿੱਚ ਗੁਰਬਾਣੀ ਦੀ ਜਿਹੜੀ ਹਨ ਆਵਾਜ਼ ਪੈਂਦੀ ਹੈ, ਸਾਹਮਣੇ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਦੇ ਹਨ, ਤੇ ਮਸਤਕ ਹੋ ਕੇ ਆਪਣਾ ਮਸਤਕ ਜਿਹੜਾ ਗੁਰੂ ਦੇ ਚਰਨਾਂ ਨੂੰ ਸਪਰਸ਼ ਕਰਦੇ ਹਨ। ਐਸੇ ਗੁਰਸਿੱਖ ਜਿਹੜੇ ਹਨ, ਕਹਿੰਦੇ ਜਿਵੇਂ ਇੱਕ ਬੀ ਆਪਣੇ ਆਪ ਨੂੰ ਭੁਲਾ ਦਿੰਦਾ ਹੈ, ਜਦੋਂ ਉਹਨੂੰ ਉਹ ਸ਼ਹਿਦ ਦਾ ਮਕਰੰਦ ਦਾ ਰਸ ਆਉਂਦਾ ਹੈ, ਜਦੋਂ ਹਾਨੀ ਲੈਂਦਾ ਹੈ ਫੁੱਲ ਤੋਂ, ਉਹਨੂੰ ਸਭ ਕੁਝ ਭੁੱਲਿਆ ਹੁੰਦਾ ਹੈ। ਇਸੇ ਤਰ੍ਹਾਂ ਹੀ ਗੁਰਸਿੱਖ ਨਾਮ ਬਾਣੀ ਵਿੱਚ ਉਹ ਪ੍ਰੇਮ ਦੇ ਰਸ ਵਿੱਚ ਮਗਨ ਹਨ। ਦੂਰ ਦਸਾਂਤਰ ਆਏ ਮਿਲੰਦੇ। ਦੇਖੋ ਉਹ ਤਾਂ ਦੂਰੋਂ ਹੀ ਚੱਲ ਕੇ ਆਉਂਦੇ ਨੇ, ਜਿਵੇਂ ਇਹ ਬੀ ਚੱਲ ਕੇ ਉਸ ਭੌਰੇ ਜਿਹੜਾ ਹਨ, ਉਸ ਜਿਹੜੇ ਹਨ ਕਵਲ ਫੁੱਲ ਦੇ ਉੱਤੇ ਆ ਕੇ ਬਹਿੰਦੇ ਹਨ, ਉਹ ਦੂਰੋਂ ਆ ਕੇ ਆਪਣਾ ਰਸ ਲੈ ਕੇ ਉਹ ਚਲੇ ਜਾਂਦੇ ਹਨ। ਇਸੇ ਤਰ੍ਹਾਂ ਹੀ ਗੁਰਸਿੱਖ ਗ੍ਰਸਤੀ ਜੀਵਨ ਵਿੱਚੋਂ ਚੱਲ ਕਰਕੇ ਆ ਕੇ ਸੰਗਤ ਦੇ ਵਿੱਚ ਬੈਠ ਕੇ ਆਨੰਦ ਮਾਣ ਕੇ ਆਪਣਾ ਜੀਵਨ ਸਫਲਾ ਕਰਕੇ ਚਲੇ ਜਾਂਦੇ ਹਨ। ਸੂਰਜ ਗਗਨ ਉਦੋਤ ਹੋਏ। ਹੁਣ ਦੇਖੋ ਇਹ ਸੂਰਜ ਜਿਹੜਾ ਸਨ ਹੈ, ਇਹ ਜਿਹੜਾ ਆਕਾਸ਼ ਦੇ ਵਿੱਚ ਉੱਤੇ ਜਿਹੜਾ ਹੈ ਆ ਕੇ ਆਪਣੀ ਰੋਸ਼ਨਾਈ ਦਿੰਦਾ ਹੈ। ਸੂਰਜ ਆਕਾਸ਼ ਵਿੱਚ ਚੜ੍ਹਦਾ ਹੈ ਤੇ ਜਿਹੜਾ ਹਨ ਉਹ ਪ੍ਰਗਟ ਰੂਪ ਹੋ ਕੇ ਆਪਣਾ ਜਿਹੜਾ ਹਨ ਆਪਣਾ ਜਿਹੜਾ ਹਨ ਚਾਨਣ ਦਿੰਦਾ ਹੈ। ਸਰਵਰ ਕਵਲ ਧਿਆਨ ਤਰੰਦੇ। ਤੇ ਕਵਲ ਫੁੱਲ ਜਿਹੜਾ ਥੱਲੇ ਧਰਤੀ ਤੇ ਹੈ, ਜੋ ਪਾਣੀ ਉਸ ਤਲਾ ਦੇ ਉੱਤੇ ਜਿਹੜਾ ਪਿਆ ਹੋਇਆ ਹੈ, ਉਹ ਖਿੜ ਜਾਂਦਾ ਹੈ। ਉਹ ਖਿੜ ਕਰਕੇ ਆਪਣਾ ਧਿਆਨ ਉਹ ਸੂਰਜ ਵੱਲ ਜੋੜ ਦਿੰਦਾ ਹੈ ਤੇ ਖਿੜਿਆ ਰਹਿੰਦਾ ਹੈ ਜਦੋਂ ਤੱਕ ਸੂਰਜ ਆਕਾਸ਼ ਵਿੱਚ ਉਹਨੂੰ ਦਿਸਦਾ ਹੈ। ਕਹਿੰਦੇ ਇਸੇ ਤਰ੍ਹਾਂ ਹੀ ਇਸ ਤੋਂ ਵੱਧ ਜਿਹੜੇ ਗੁਰਸਿੱਖ ਹਨ, ਉਹ ਵੀ ਗੁਰੂ ਰੂਪੀ ਜੋ ਗੁਰੂ ਰੂਪ ਸੂਰਜ ਹੈ, ਜੋ ਉਹਨਾਂ ਦੇ ਜਿਹੜੇ ਹਨ ਮਨਾਂ ਰੂਪੀ ਆਕਾਸ਼ ਵਿੱਚ ਚੜ ਜਾਂਦਾ ਹੈ, ਤਾਂ ਉਸ ਦੇ ਵਿੱਚ ਆਪਣਾ ਧਿਆਨ ਜੋੜ ਕਰਕੇ ਗੁਰਸਿੱਖ ਜਿਹੜੇ ਹਨ ਆਪਣੇ ਧਿਆਨ ਨੂੰ ਧਾਰਦੇ ਹਨ ਤੇ ਫੋਕਸ ਕਰਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਆਪਣਾ ਧਿਆਨ ਜੋੜ ਲੈਂਦੇ ਹਨ। ਡੱਡੂ ਚਿੱਕੜ ਵਾਸ ਹੈ। ਹੁਣ ਦੂਸਰੇ ਪਾਸੇ ਭਾਈ ਗੁਰਦਾਸ ਜੀ ਕਹਿੰਦੇ ਹਨ, ਕਹਿੰਦੇ ਦੇਖੋ ਇਹੀ ਤਲਾ ਜਿਹੜਾ ਹੈ ਜਿਹਦੇ ਵਿੱਚ ਕਵਲ ਫੁੱਲ ਖਿੜਿਆ ਹੋਇਆ ਹੈ, ਬੀ ਦੂਰੋਂ ਆ ਕੇ ਭੌਰੇ ਦੂਰੋਂ ਆ ਕੇ ਉਹਦੇ ਵਿੱਚੋਂ ਰਸ ਲੈ ਕੇ ਚਲੇ ਜਾਂਦੇ ਨੇ, ਪਰ ਇਹ ਡੱਡੂ ਤਾਂ ਉਸ ਤਲਾ ਵਿੱਚ ਹੀ ਰਹਿੰਦਾ ਹੈ, ਉੱਥੇ ਹੀ ਜੰਮਦਾ ਹੈ, ਉੱਥੇ ਸਾਰੀ ਉਮਰ ਰਹਿੰਦਾ ਹੈ ਤੇ ਉੱਥੇ ਹੀ ਮਰਦਾ ਹੈ। ਸੋ ਇਹ ਜਿਹੜਾ ਫਰੋਗ ਹੈ ਜਾਂ ਇਹ ਡੱਡੂ ਜਿਹੜਾ ਹੈ, ਕਹਿੰਦੇ ਇਹ ਤਾਂ ਉੱਥੇ ਰਹਿੰਦਾ ਹੈ ਚਿੱਕੜ ਵਿੱਚ, ਤੇ ਇਹ ਕਿਤੇ ਉੱਤੇ ਸਾਫ਼ ਪਾਣੀ ਵਿੱਚ ਨਹੀਂ ਰਹਿੰਦਾ। ਇਹ ਚਿੱਕੜ ਵਿੱਚ ਜਾਂ ਜਾਲਿਆਂ ਵਿੱਚ ਜਾਂ ਜਿਹੜੀ ਹਿਉਲੀ ਜੰਮੀ ਹੁੰਦੀ ਹੈ ਜਾਂ ਜਿਹੜੀ ਹੈ ਫੰਗਸ ਹੁੰਦੇ ਹਨ, ਉਹਦੇ ਵਿੱਚ ਜਿਹੜਾ ਹਨ ਇਹ ਵਾਸਾ ਲੰਦਾ, ਗੰਦੇ ਥਾਂ ਤੇ ਇਹ ਰਹਿੰਦਾ ਹੈ ਡੱਡੂ, ਭਾਵੇਂ ਹੈ ਤਾਂ ਉਹੀ ਤਲਾ ਜਿਹਦੇ ਉੱਤੇ ਕਮਲ ਫੁੱਲ ਖਿੜਿਆ ਹੋਇਆ ਹੈ। ਕਵਲ ਸਿਆਣਾ ਮਾਨਸ ਕੰਦੇ। ਦੇਖੋ ਇਹ ਜਿਹੜਾ ਹਨ ਇਹ ਕਮਲ ਫੁੱਲ ਜਿਹਦਾ ਰਸ ਲੈਣ ਵਾਸਤੇ ਭੌਰੇ ਤਾਂ ਆ ਕੇ ਆਪਣਾ ਰਸ ਲੈਂਦੇ ਨੇ, ਇਹ ਡੱਡੂ ਕੋਲੇ ਬੈਠਾ ਨਹੀਂ ਰਸ ਲੈਂਦਾ ਉਸਦਾ, ਇਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਉਹ ਕਮਲ ਫੁੱਲ ਤੋਂ ਕੀ ਮਿਲਦਾ ਹੈ, ਇਹ ਕਮਲ ਫੁੱਲ ਦੀ ਸਿਆਣੇ ਨਹੀਂ ਕਰਦਾ। ਤੇ ਇਹ ਜਿਹੜਾ ਸਾਰੀ ਉਮਰ ਵੀ ਉੱਥੇ ਜੰਮਦਾ ਤੇ ਉੱਥੇ ਹੀ ਰਹਿੰਦਾ, ਉੱਥੇ ਮਰਦਾ ਹੈ, ਪਰ ਇਹਨੂੰ ਕਮਲ ਫੁੱਲ ਦਾ ਕੋਈ ਗਿਆਨ ਹੀ ਨਹੀਂ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਹੀ ਸੰਗਤ ਦੇ ਵਿੱਚ
ਕਈ ਲੋਕ ਜਿਹੜੇ ਹਨ ਆਉਂਦੇ ਹਨ, ਸਾਰੀ ਉਮਰ ਆਉਂਦੇ ਹਨ ਵੀ ਮੇਰੇ ਤਾਏ ਦਾ ਪ੍ਰੋਗਰਾਮ, ਮੇਰੇ ਚਾਚੇ ਦਾ, ਮੇਰੇ ਮਾਮੇ ਦਾ, ਮੇਰੇ ਦੋਸਤਾਂ ਮਿੱਤਰਾਂ ਦਾ ਜੀ, ਕਿਸੇ ਦਾ ਭੋਗ ਪੈ ਗਿਆ, ਕਿਸੇ ਦਾ ਜਿਹੜਾ ਜਨਮ ਦਿਨ ਹੋ ਗਿਆ, ਕਿਸੇ ਦਾ ਖੁਸ਼ੀ ਦਾ ਹੋ ਗਿਆ, ਕਿਸੇ ਦਾ ਗਮੀ ਦਾ ਹੋ ਗਿਆ ਪ੍ਰੋਗਰਾਮ। ਉਹ ਦੁਨੀਆ ਦੇ ਕਰਕੇ, ਦੁਨੀਆਦਾਰੀ ਕਰਕੇ ਗੁਰਦੁਆਰੇ ਆਉਂਦੇ ਹਨ, ਸੇਵਾ ਵੀ ਦੁਨੀਆਦਾਰੀ ਕਰਕੇ ਕਰਦੇ ਹਨ। ਕਈ ਤਾਂ ਐਸੇ ਹਨ ਜਿਹੜੇ ਹੌਲੀ ਹੌਲੀ ਕਰਕੇ ਪ੍ਰਬੰਧਕ ਵੀ ਬਣ ਜਾਂਦੇ ਹਨ, ਮੈਨੇਜਮੈਂਟ ਕਮੇਟੀ 'ਚ ਬਣ ਜਾਂਦੇ ਹਨ, ਕਈ ਪ੍ਰਧਾਨ ਬਣ ਜਾਂਦੇ ਹਨ, ਮੀਤ ਪ੍ਰਧਾਨ, ਸਕੱਤਰ ਜਿਹੜੇ ਹਨ, ਕੋਈ ਟ੍ਰੈਸ਼ਰਰ, ਕੋਈ ਖਜ਼ਾਨਚੀ ਬਣਦਾ, ਕੋਈ ਕਮੇਟੀ ਮੈਂਬਰ ਬਣ ਜਾਂਦੇ ਹਨ। ਗੁਰਦੁਆਰਿਆਂ ਵਿੱਚ ਆਪਣਾ ਹੁਕਮ ਚਲਾਉਣਾ ਸ਼ੁਰੂ ਕਰ ਦਿੰਦੇ ਨੇ, ਭਾਵੇਂ ਉਹਨਾਂ ਨੂੰ ABC ਵੀ ਗੁਰਮਤਿ ਦੀ ਨਾ ਪਤਾ ਹੋਵੇ, ਤੇ ਗੁਰੂ ਦਾ ਕੋਈ ਸਤਿਕਾਰ ਇਹ ਨਾ ਉਹਨਾਂ ਨੂੰ ਆਉਂਦਾ ਹੋਵੇ, ਗੁਰੂ ਦੀ ਬਾਣੀ ਉਹਨਾਂ ਨੂੰ ਪੜ੍ਹਨੀ ਵੀ ਨਾ ਆਉਂਦੇ ਹੋਵੇ, ਗੁਰਮੁਖੀ ਨਾ ਆਉਂਦੀ ਹੋਵੇ, 10 ਗੁਰਾਂ ਦੇ ਨਾਂ ਵੀ ਉਹਨਾਂ ਨੂੰ ਚੇਤੇ ਨਾ ਹੋਣ, ਪ੍ਰਬੰਧਕ ਬਣ ਕੇ ਸੰਗਤਾਂ ਤੇ ਫਿਰ ਹੁਕਮ ਚਲਾਉਂਦੇ ਨੇ। ਸੋ ਐਸੇ ਬੰਦੇ ਜਿਹੜੇ ਆ ਉਹ ਡੱਡੂ ਦੀ ਤਰ੍ਹਾਂ ਹਨ। ਭਾਈ ਗੁਰਦਾਸ ਜੀ ਕਹਿੰਦੇ ਉਹ ਡੱਡੂ ਨੇ। ਉਹ ਤਾਂ ਜਿਹੜਾ ਤਲਾਅ ਹੈ ਨਾ, ਇਹ ਸੰਗਤ ਰੂਪੀ ਤਲਾਅ ਦੇ ਵਿੱਚ, ਜਿੱਥੇ ਗੁਰੂ ਰੂਪ ਜਿਹੜਾ ਹਨ, ਜਿਹੜਾ ਗੁਰੂ ਰੂਪ ਕਵਲ ਹੈ, ਉਹਦੀ ਪਛਾਣ ਹੀ ਨਹੀਂ ਕਰਦੇ ਸਾਰੀ ਉਮਰ, ਤੇ ਉਹਦੇ ਵਿੱਚ ਬੈਠੇ ਰਹਿੰਦੇ ਨੇ। ਉਹੀ ਲੜਾਈਆਂ ਪੜਾਈਆਂ ਜਿਹੜੀਆਂ ਕਰਦੇ ਰਹਿੰਦੇ ਨੇ, ਪੋਲਿਟਿਕਸ ਕਰਦੇ ਰਹਿੰਦੇ ਨੇ, ਇਹ ਧੜਾ ਉਹ ਧੜੇ ਨੂੰ ਪੈ ਗਿਆ, ਉਹ ਧੜਾ ਇਹ ਧੜੇ ਨੂੰ ਪੈ ਗਿਆ। ਸਾਰੀ ਉਮਰ ਉਹਨਾਂ ਦੀ ਲੜਾਈਆਂ ਪੜਾਈਆਂ ਵਿੱਚ ਨਿਕਲ ਜਾਂਦੀ ਹੈ, ਤੇ ਇੱਕ ਦੂਜੇ ਦੀ ਨਿੰਦਿਆ ਕਰਤੀ, ਉਸਤਤ ਕਰ ਦਿੱਤੀ, ਝਗੜੇ ਕਰ ਲਏ, ਲੜਾਈਆਂ ਕਰ ਲਈਆਂ, ਇਹਦੇ ਵਿੱਚ ਉਹਨਾਂ ਦੀ ਸਾਰੀ ਉਮਰ ਲੰਘ ਜਾਂਦੀ, ਜਿਵੇਂ ਡੱਡੂ ਦੀ ਉਸ ਗੰਦਗੀ ਵਿੱਚ ਪੈ ਕੇ ਨਿਕਲ ਜਾਂਦੀ ਹੈ। ਤੇ ਜਿਨ੍ਹਾਂ ਨੂੰ ਜਿਹੜੇ ਹਨ ਕਵਲ ਫੁੱਲ ਦੀ ਤਰ੍ਹਾਂ, ਉਹ ਜਿਹੜੇ ਹਨ ਧਿਆਨ ਜਿਹੜਾ ਹੈ ਉਹਦਾ ਜਿਹੜਾ ਹਨ ਉਹਦਾ ਰਸ ਸੀਗਾ ਉਹ ਨਹੀਂ ਲੈਣ ਨੂੰ ਹੈਗੇ। ਉਹਨਾਂ ਨੇ ਨਾ ਕਿਤੇ ਅੰਮ੍ਰਿਤ ਛਕਿਆ ਹੁੰਦਾ ਹੈ, ਗੁਰੂ ਦੀ ਬਖਸ਼ਿਸ਼ ਨਹੀਂ ਉਹਨਾਂ ਨੇ ਕਿਤੇ ਪ੍ਰਾਪਤ ਕੀਤੀ ਹੁੰਦੀ, ਤੇ ਫਿਰ ਗੁਰੂ ਦੀ ਪ੍ਰਾਪਤੀ ਕਰਕੇ ਉਹ ਕਿਤੇ ਪਰਮੇਸ਼ਰ ਵਿੱਚ ਵੀ ਧਿਆਨ ਨਹੀਂ ਜੋੜਦੇ। ਸੋ ਇਸੇ ਪ੍ਰਕਾਰ ਕਰਕੇ ਉਹ ਡੱਡੂ ਦੀ ਤਰ੍ਹਾਂ ਜਿਹੜੇ ਹਨ, ਜਿਸ ਤਰ੍ਹਾਂ ਜੰਮੇ ਹਨ, ਫਿਰ ਹੋਰ ਵੱਧ ਜਿਹੜੇ ਹਨ ਗੁਰਦੁਆਰੇ ਵਿੱਚ ਆ ਕੇ ਹੋਰ ਪਾਪ ਕਮਾ ਲੈਂਦੇ ਹਨ। ਜਿੱਥੇ ਪਾਪ ਧੋਤੇ ਜਾਣੇ ਸੀ, ਜਿੱਥੇ ਹਉਮੈ ਨੇ ਖਤਮ ਹੋਣਾ ਸੀ, ਜਿੱਥੇ ਗੁਰਮਤਿ ਪ੍ਰਾਪਤ ਹੋਣੀ ਸੀ, ਉੱਥੋਂ ਮਨਮੁਖਤਾ ਪ੍ਰਾਪਤ ਕਰਕੇ ਜਾਂਦੇ ਨੇ, ਉੱਥੇ ਮਨਮੁਖੀ ਹੋ ਕੇ ਜਾਂਦੇ ਨੇ, ਉੱਥੋਂ ਗੁਰੂ ਤੋਂ ਬੇਮੁਖ ਹੋ ਕੇ ਜਾਂਦੇ ਨੇ, ਗੁਰੂ ਦੀ ਨਿੰਦਿਆ ਕਰਦੇ ਨੇ। ਸੋ ਐਸੇ ਜਿਹੜੇ ਬੰਦੇ ਹੁੰਦੇ ਨੇ ਇਹ ਡੱਡੂ ਦੀ ਤਰ੍ਹਾਂ ਹੁੰਦੇ ਨੇ, ਜਿਨ੍ਹਾਂ ਨੂੰ ਕਿਤੇ ਵੀ ਸੱਚ ਦੀ ਪਹਿਚਾਣ ਨਹੀਂ ਹੁੰਦੀ, ਤਾਂ ਗੁਰੂ ਦਾ ਹੀ ਕਿਤੇ ਉਹਨਾਂ ਨੂੰ ਬਖਸ਼ਿਸ਼ ਵੀ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਵੀ ਗੁਰੂ ਕੀ ਹੈ। ਸਾਧ ਸੰਗਤ ਗੁਰ ਸ਼ਬਦ ਸੁਣ। ਦੇਖੋ, ਸਾਧ ਸੰਗਤ ਤਾਂ ਉਹ ਸਥਾਨ ਹੈ ਜਿੱਥੇ ਗੁਰ ਸ਼ਬਦ ਸੁਣ, ਜਿੱਥੇ ਗੁਰੂ ਦਾ ਸ਼ਬਦ ਸੁਣਨ ਕਰਕੇ ਜੀਵਨ ਸਫਲੇ ਹੁੰਦੇ ਨੇ, ਜਿੱਥੇ ਗੁਰਬਾਣੀ ਨੂੰ ਸੁਣਨ ਮਾਤਰ ਹੀ ਸਾਰੀਆਂ ਬਿਮਾਰੀਆਂ, ਆਦੀਆਂ ਵਿਆਧੀਆਂ, ਉਪਾਧੀਆਂ ਦੂਰ ਹੁੰਦੀਆਂ ਨੇ, ਜਿੱਥੇ ਸਾਰੇ ਪਦਾਰਥ ਜਿਹੜੇ ਹਨ ਪ੍ਰਾਪਤ ਹੁੰਦੇ ਹਨ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਕਹਿਣਗੇ ਜਿੱਥੇ ਉਹ ਸੇਵਾ ਤੋਂ ਚਾਰ ਪਦਾਰਥ ਮਿਲਨੇ ਸਨ, ਬਹੁਤ ਬਖਸ਼ਿਸ਼ਾਂ ਹੋਣੀਆਂ ਸੀ, ਗੁਰੂ ਦੀ ਸਿੱਖੀ ਪ੍ਰਾਪਤ ਹੋਣੀ ਸੀ। ਗੁਰ ਉਪਦੇਸ਼ ਰਹਿਤ ਨਾ ਰਹੰਦੇ। ਪਰ ਇਹ ਮਨਮੁਖ ਲੋਕ ਜਿਹੜੇ ਹਨ ਗੁਰਦੁਆਰਿਆਂ ਵਿੱਚ ਤਾਂ ਕਬਜ਼ਾ ਕਰਕੇ ਬਹਿ ਜਾਂਦੇ ਨੇ, ਪਰ ਕਹਿੰਦੇ ਕੋਈ ਗੁਰੂ ਦਾ ਉਪਦੇਸ਼ ਇਹਨਾਂ ਨੇ ਇੱਕ ਮਾਤਰ ਵੀ ਨਹੀਂ ਮੰਨਿਆ, ਗੁਰੂ ਨੂੰ ਵੀ ਨਹੀਂ ਮੰਨਦੇ, ਤੇ ਕਹਿੰਦੇ ਗੁਰੂ ਦੀ ਰਹਿਤ ਰੱਖਣੀ ਤਾਂ ਬਹੁਤ ਦੂਰ ਦੀ ਗੱਲ ਹੈ, ਗੁਰੂ ਦਾ ਕਿਹਾ ਹੋਇਆ ਬਚਨ ਨਹੀਂ ਮੰਨਦੇ। ਗੁਰੂ ਕਹਿੰਦਾ ਭਾਈ ਜਿਹੜਾ ਹਨ ਰਹਿਤ ਵਿੱਚ ਰਹੋ, ਹਾਂਜੀ, ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਹੈ, ਅੰਮ੍ਰਿਤ ਛਕਣਾ ਹੈ, ਇਹਨਾਂ ਨੇ ਨਹੀਂ ਕਰਨਾ। ਇੱਥੋਂ ਤੱਕ ਕਈ ਤਾਂ ਪ੍ਰਚਾਰਕਾਂ ਨੂੰ ਵੀ ਜਿਹੜੇ ਪ੍ਰਬੰਧਕ ਹਟਾ ਦਿੰਦੇ ਨੇ, ਕਹਿੰਦੇ ਸਾਡੇ ਸਟੇਜ ਤੇ ਅੰਮ੍ਰਿਤ ਦੀ ਗੱਲ ਨਹੀਂ ਕਰਨੀ, ਖੰਡੇ ਬਾਟੇ ਦੀ ਗੱਲ ਨਹੀਂ ਕਰਨੀ, ਕੇਸ ਰੱਖਣ ਦੀ ਗੱਲ ਨਾ ਕਰਿਓ, ਸ਼ਰਾਬਾਂ ਨੂੰ ਨਾ ਕੁਛ ਕਿਹੋ, ਇੱਥੇ ਸ਼ਰਾਬਾਂ ਪੀਣ ਤੋਂ ਨਾ ਹਟਾਇਓ। ਤੇ ਜਿਹੜਾ ਉਪਦੇਸ਼ ਗੁਰੂ ਦਾ ਉਹਦੇ ਤੋਂ ਹਟਾਉਂਦੇ ਹਨ। ਤੇ ਫਿਰ ਕੀ ਕਰਦੇ, ਜੇ ਕੋਈ ਕਰ ਵੀ ਜਾਵੇ ਫਿਰ ਉਹਨੂੰ ਬੈਨ ਕਰ ਦਿੰਦੇ ਨੇ, ਮਾਈਕ ਬੰਦ ਕਰ ਦਿੰਦੇ ਨੇ, ਬਹੁਤ ਕੁਝ ਕਰਦੇ ਨੇ। ਸੋ ਇਸ ਪ੍ਰਕਾਰ ਕਰਕੇ ਦੇਖੋ, ਇਹ ਮਨਮੁਖ ਜਿਹੜੇ ਹੁੰਦੇ ਨੇ ਇਹਨਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਤੇ ਪੁੰਨ ਦੀ ਥਾਂ ਤੇ ਪਾਪ ਕਮਾਉਂਦੇ ਹਨ ਗੁਰਦੁਆਰਿਆਂ ਵਿੱਚ ਬਹਿ ਬਹਿ ਕੇ। ਮਸਤਕ ਭਾਗ ਜਿਨ੍ਹਾਂ ਦੇ ਮੰਦੇ। ਅਖੀਰਕਾਰ ਭਾਈ ਗੁਰਦਾਸ ਨੇ ਇੱਕੋ ਗੱਲ ਦੇ ਵਿੱਚ ਇਹ ਫੈਸਲਾ ਕੀਤਾ ਹੈ, ਇਹੀ ਲਫ਼ਜ਼ ਜਿਹੜੇ ਹਨ ਵਰਤੇ ਹਨ, ਕਹਿੰਦੇ ਮਸਤਕ ਭਾਗ ਜਿਨ੍ਹਾਂ ਕੇ ਮੰਦੇ। ਕਹਿੰਦਾ ਜਿਨ੍ਹਾਂ ਦੇ ਮਸਤਕ ਦੇ ਭਾਗ ਹੀ ਮੰਦੇ ਹੋਣ ਉਹ ਪਹੁੰਚ ਵੀ ਗਏ। ਜਿਵੇਂ ਕਹੀਏ ਕੋਈ ਜਿਹੜਾ ਤਿਹਾਇਆ ਬੰਦਾ ਇੱਕ ਜਿਹੜਾ ਹਨ ਸਰੋਵਰ ਦੇ ਕੋਲ ਪਹੁੰਚ ਹੀ ਜਾਵੇ, ਤੇ ਉਹ ਪਾਣੀ ਜਲ ਜਿਹੜਾ ਅੰਮ੍ਰਿਤ ਉਹ ਨਾ ਪੀ ਸਕੇ, ਕੋਲ ਪਹੁੰਚ ਵੀ ਗਿਆ, ਉੱਥੇ ਰਹਿੰਦਾ ਵੀ ਹੈ, ਪਰ ਫਿਰ ਵੀ ਉਹਨੂੰ ਨਾ ਪ੍ਰਾਪਤ ਹੋਵੇ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਹੈ ਮਨਮੁਖ ਬੰਦੇ ਦੀ ਹਾਲਾਤ ਹੁੰਦੀ ਹੈ, ਜਿਵੇਂ ਪੱਥਰ ਪਾਣੀ ਵਿੱਚ ਰਹਿੰਦਿਆਂ ਹੋਵੇ ਸੁੱਕਾ ਹੀ ਰਹਿ ਜਾਂਦਾ ਹੈ, ਉਹਨੂੰ ਕੋਈ ਵੀ ਫਰਕ ਨਹੀਂ ਪੈਂਦਾ। ਇਸ ਕਰਕੇ ਜਿਹੜੇ ਹਨ ਕਹਿੰਦੇ ਇਹ ਗੱਲ ਤਾਂ ਇੰਨੀ ਹੀ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਹੀ ਮਾੜੇ ਹੋਣ ਨਾ, ਉਹਨਾਂ ਨੂੰ ਕੀ ਕਹੀਏ, ਫਿਰ
ਉਹ ਤਾਂ ਗੁਰੂ ਦੇ ਕੋਲ ਰਹਿੰਦਿਆਂ ਹੋਇਆਂ ਵੀ ਪਾਪੇ ਕਮਾਉਂਦੇ ਹਨ। ਜਿਵੇਂ ਬਾਬਾ ਪ੍ਰਿਥੀ ਚੰਦ ਜੀ ਹੋਏ, ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ ਹੁੰਦਿਆਂ ਹੋਇਆਂ ਵੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਬੜਾ ਵੈਰ ਕਮਾਇਆ, ਇੱਥੋਂ ਤੱਕ ਕਿ ਕਿਤੇ ਸੁਲਹੀ ਖਾਂ, ਕਿਤੇ ਸੁਬਲੀ ਖਾਨ, ਕਿਤੇ ਚੰਦੂ ਨਾਲ ਰਲ ਕੇ ਉਹਨਾਂ ਨੇ ਵਿਉਂਤਾਂ ਹੀ ਬਣਾਈਆਂ ਵੀ ਗੁਰੂ ਨੂੰ ਕਿਵੇਂ ਮਾਰੀਏ। ਸੋ ਦੇਖੋ ਕਿਆ ਕੈਸੀ ਗੱਲ ਹੈ। ਜਿਸ ਤਰ੍ਹਾਂ ਉਹਨਾਂ ਦਾ ਪੁੱਤਰ ਅੱਗੇ ਮਿਹਰਬਾਨ ਹੋਇਆ, ਜਿਹਨੂੰ ਮਿਲਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਆਪ ਗਏ ਤੇ ਮਹਾਰਾਜ ਨੂੰ ਬੜੇ ਪੁੱਠੇ ਸਿੱਧੇ ਉਹਨੇ ਬਚਨ ਕਹੇ, ਸਿੱਖ ਕੋਲੇ ਖੜੇ ਉਹਨਾਂ ਤੋਂ ਸੁਣੇ ਨਾ ਗਏ ਤੇ ਬਾਬਾ ਭਾਈ ਜੇਠਾ ਜੀ ਵਰਗਿਆਂ ਨੇ ਤਾਂ ਜਿਹੜਾ ਹੈ ਆਪਣੇ ਜਿਹੜਾ ਹਨ ਕਿਰਪਾਨ ਦੇ ਮੁੱਠੇ ਤੇ ਵੀ ਆਪਣਾ ਹੱਥ ਰੱਖ ਲਿਆ ਵੀ ਦਾ ਸਿਰ ਵੱਢ ਦਿੰਦੇ ਆ। ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਵੀ ਹਟਾਤਾ, ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਕੋਈ ਨਹੀਂ, ਇਹਨੂੰ ਮਾਫ ਕੀਤਾ, ਚਲੋ ਚਲੋ ਆਪਾਂ ਚੱਲੀਏ। ਦੇਖੋ ਇੱਥੇ ਜਿਹੜੇ ਐਸੇ ਲੋਕ ਨੇ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ, ਗੁਰੂ ਦੇ ਪੁੱਤਰ ਹੋ ਕੇ, ਗੁਰੂ ਦੇ ਸਾਹਿਬਜ਼ਾਦੇ ਹੋ ਕੇ। ਦੇਖੋ ਇਹ ਜਿਹੜੇ ਬੰਦੇ ਹਨ ਇਹਨਾਂ ਨੇ ਕੀ ਕਮਾ ਲਿਆ। ਜਿਹੜਾ ਹਨ ਗੰਗੂ ਜਿਹੜਾ ਸੀਗਾ, ਯਾਨੀ ਗੁਰੂ ਘਰ ਦੇ ਵਿੱਚ ਜਿਹੜਾ ਲੰਗਰ ਦੇ ਵਿੱਚ ਜਿਹੜਾ ਕਰਦਾ ਰਿਹਾ ਕੰਮ, ਸੇਵਾ ਕਰਦਾ ਰਿਹਾ, ਖਾਂਦਾ ਰਿਹਾ, ਉਹਨੇ ਵੀ ਕੀ ਗਦਾਰੀ ਕੀਤੀ, ਦੋ ਸਾਹਿਬ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਫੜਾ ਦਿੱਤਾ। ਦੇਖੋ ਐਸੇ ਭੈੜੇ ਬੰਦੇ ਹਨ ਜਿਹੜੇ ਅੱਜ ਕੱਲ੍ਹ ਗੁਰਦੁਆਰਿਆਂ 'ਚ ਬੈਠ ਕਰਕੇ ਗੁਰਬਾਣੀ ਦੀ ਨਿੰਦਿਆ ਕਰਦੇ ਹਨ, ਦਸਮ ਗ੍ਰੰਥ ਦੀ ਬਾਣੀ ਦੀ ਨਿੰਦਿਆ ਕਰਦੇ ਹਨ। ਦੇਖੋ ਐਸੇ ਬੰਦਿਆਂ ਨੂੰ ਕੀ ਕੋਈ ਕਹੇਗਾ, ਜਿਨ੍ਹਾਂ ਦੇ ਜਿਹੜੇ ਹਨ ਮੱਥੇ ਤੇ ਭਾਗ ਹੀ ਮੰਨਦੇ ਹਨ, ਜਿਨ੍ਹਾਂ ਨੇ ਜਿਹੜਾ ਹੈ ਪਾਪ ਹੀ ਕਮਾਉਣਾ ਹੈ, ਸੰਗਤ ਵਿੱਚ ਆ ਕੇ ਵੀ ਨਾ ਕੁਝ ਪ੍ਰਾਪਤ ਕਰ ਸਕੇ। ਜਿੱਥੇ ਇੱਕ ਬੰਦੇ ਨੇ ਰੱਬ ਬਣ ਜਾਣਾ ਸੀ, ਉਹ ਉੱਥੇ ਵੜ ਕੇ ਸ਼ੈਤਾਨ ਬਣ ਕੇ ਨਿਕਲਦੇ ਹਨ। ਸੋ ਇੱਥੇ ਜਿਹੜਾ ਹੈ ਭਾਈ ਗੁਰਦਾਸ ਨੇ ਸਿੱਧੀ ਗੱਲ ਸਮਝਾ ਦਿੱਤੀ। ਇੱਕ ਭੌਰ ਜਿਹੜਾ ਹਨ, ਇੱਕ ਭੌਰੇ ਦਾ ਐਗਜ਼ਾਮਪਲ ਲਿਆ ਵੀ ਗੁਰਸਿੱਖ ਆਉਂਦੇ ਤੇ ਆਪਣਾ ਲਾਹਾ ਲੰਦੇ ਹਨ ਤੇ ਦੇਖੋ ਡੱਡੂ ਉੱਥੇ ਦਾ ਉੱਥੇ ਬੈਠਾ ਰਹਿੰਦਾ ਹੈ ਤੇ ਇਸੇ ਤਰ੍ਹਾਂ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਨਹੀਂ ਕਰ ਸਕਦੇ। ਸੋ ਗੁਰਸਿੱਖੀ ਜਿਹੜੀ ਹੈ ਐਸੀ ਹੈ, ਸਾਧ ਸੰਗ ਵਿੱਚੋਂ ਲਾਹ ਹੀ ਲੈਣਾ ਚਾਹੀਦਾ ਹੈ। ਇਹ ਪ੍ਰਧਾਨੀਆਂ ਤੋਂ ਕੁਛ ਨਹੀਂ ਮਿਲਣਾ ਹੈਗਾ। ਕਈ ਤਾਂ ਪੈਸੇ ਖਾਈ ਜਾਂਦੇ ਨੇ ਗੁਰਦੁਆਰੇ 'ਚ ਬਹਿ ਕੇ, ਕਈਆਂ ਨੇ ਕਬਜ਼ੇ ਕਰ ਲਏ, ਬਹੁਤ ਕੁਝ ਲੋਕ ਕਰਦੇ ਹਨ। ਭਾਈ ਇਹ ਗੱਲਾਂ ਵਿੱਚ ਕੋਈ ਫਾਇਦਾ ਨਹੀਂ ਹੈਗਾ, ਇਹਦੇ ਨਾਲ ਤਾਂ ਜਿਹੜਾ ਹਨ ਜੀਵਨ ਨਾਸ਼ ਹੋ ਜਾਂਦਾ ਹੈ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰ ਉਪਦੇਸ਼ ਰਹਿਤ ਨਾ ਰਹੰਦੇ, ਮਸਤਕ ਭਾਗ ਜਿਨ੍ਹਾਂ ਦੇ ਮੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ